अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के प्रोग्राम में हम आपको दिखाएंगे कि शहर लाहौर में स्ट्रीट क्राइम की वारदातें कैसे होती हैं और मंशियात का इस्तेमाल करने वाले लोग डाकू कैसे बनते हैं। पिछले दिनों एक वाक़या पेश आता है कि एक फ्लाईओवर से 42 लाख रुपए का कैश वाला बैग नीचे गिरता है और बहुत सारे मंशियात फरोश उसको आपस में तकसीम कर लेते हैं। उसमें से कई पेशावर डाकू भी हैं जिन्हें पुलिस ने हिरासत में लिया है। ये वारदात कैसे होती है ये आज के प्रोग्राम में आपको दिखाते हैं। थाना इचरा पुलिस ने जो 2 मुल्ज़मान गिरफ़्तार किए हैं, इन्होंने लाखों रुपए की डकैती की वारदातें की हैं। इनका तरीक़ाकार ये है कि जब कोई शख्स ATM से पैसे निकाल के बाहर जाता है, मशीन से जो है वो रवाना होता है, तो ये उसका पीछा करते हैं और वहाँ पे डकैती की वारदातें करते हैं। पिछले दिनों उन्होंने 40 लाख से ज़ायद की रकम जो है वो लूटी है। दोनों मुल्ज़मान जो है नशा भी करते हैं, नशे के आदी भी हैं और डकैती की वारदातें भी करते हैं। इशरा ऑपरेशन पुलिस ने इन्हें गिरफ़्तार किया है। क्या कुछ ये इंकशाफात करते हैं, इनकी ज़ुबानी सुन लेते हैं। हाँ भी की ना तेरा? अली अकबर सर। अली अकबर कितने का रहने वाला है? सर लाहौर ਦਾ ਹੀ ਰਹਿਣ ਵਾਲਾ। लाहौर ਕਿਹੜੀ ਜਗ੍ਹਾ? ਲਾਹੌਰ ਤੇ ਅੱਜ ਕੱਲ ਇੱਥੇ ਨਹਿਰ 'ਚ ਹੀ ਰਹਿ ਰਿਹਾ ਹੈਗਾ ਸੀ। ਨਹਿਰ 'ਚ ਨਸ਼ੇ ਵਗੈਰਾ ਕਰਦਾ ਸੀ। ਅੱਛਾ, ਰਿਹਾਇਸ਼ ਕਿੱਥੇ ਸੀ? ਰਹਿਣ ਵਾਲਾ ਰਹਿ ਠੋਕਰ ਨਿਆਜ਼ ਬੇਗ ਦੀ ਸਰ। ਠੋਕਰ ਨਿਆਜ਼ ਬੇਗ। ਠੀਕ ਹੈ। ਤੇ ਨਸ਼ਾ ਕਰਨ ਤੋਂ ਪਹਿਲੇ, ਡਕੈਤੀਆਂ ਕਰਨ ਤੋਂ ਪਹਿਲੇ ਕੀ ਕਰਨਾ ਸੀ? ਆਮ ਜ਼ਿੰਦਗੀ ਗੁਜ਼ਾਰਦਾ ਸੀ ਸਰ। ਜਦੋਂ ਤੋਂ ਵਾਈਟ ਨਸ਼ੇ ਤੇ ਲੱਗਿਆ ਹੈਗਾ ਹੈ, ਇਹ ਚੋਰੀ ਚਕਾਰੀ 'ਚ ਲੱਗੇ ਨੇ। ਅੱਛਾ। ਤੇ 3-4 ਬੰਦਿਆਂ ਦਾ ਸਾਡਾ ਗੈਂਗ ਸੀ ਤੇ ਇਹ ATM 'ਚ ਜਿਹੜੇ ਪੈਸੇ ਲੈ ਕੇ ਨਿਕਲਦੇ ਨੇ ਉਹ ਉਹਨਾਂ ਨੂੰ ਅਸੀਂ ਵੇਖਦੇ ਰਹਿੰਦੇ ਸੀ, ਉਹਨਾਂ ਦੀ ਫੀਲਡਿੰਗ ਲਾ ਕੇ ਰੱਖਦੇ ਸੀ। ਉਹ ਜਦੋਂ ਬਾਹਰ ਨਿਕਲਦੇ ਸੀ ਅਸੀਂ ਉਹਨਾਂ ਨੂੰ ਫੜ ਲੈਂਦੇ ਸੀ ਤੇ ਫੜ ਕੇ ਉਹਨਾਂ ਕੋਲੋਂ ਪੈਸੇ ਵਗੈਰਾ ਲੁੱਟ ਲੈਂਦੇ ਸੀ ਤੇ ਉਹਦੇ ਥਰੂ ਆਪਣਾ ਖਾਣ ਪੀਣ ਤੇ ਆਪਣਾ ਨਸ਼ਾ ਪੱਤਾ ਕਰ ਲੈਂਦੇ ਸੀ। ਠੀਕ ਹੈ। ਮਜਬੂਰੀ ਦੇ ਤਹਿਤ ਕੋਈ ਸੈਂਟਰ ਨਹੀਂ ਬਣਿਆ ਹੈਗਾ ਸਾਡੇ ਵਾਸਤੇ। ਜਿਹੜਾ ਕੋਈ ਸੈਂਟਰ ਬਣੇ ਸਰਕਾਰੀ ਤੌਰ ਤੇ ਸਾਡੀ ਇਲਾਜਗਾ ਕਰੇ, ਜਿਹੜਾ ਸਾਨੂੰ ਵੀ ਇੱਥੇ ਬਿਹਤਰ ਮੁਸਤਕਬਲ ਮਿਲੇ, ਜਿਸ ਦੇ ਥਰੂ ਅਸੀਂ ਵੀ ਆਪਣੇ ਆਪ ਨੂੰ ਬਿਹਤਰ ਜ਼ਿੰਦਗੀ ਗੁਜ਼ਾਰ ਸਕੀਏ। ਔਰ ਅਸੀਂ ਪੜ੍ਹੇ ਲਿਖੇ ਵੀ ਨੌਜਵਾਨ ਹੈ ਜਿਨ੍ਹਾਂ ਦੇ ਵਿੱਚੋਂ ਬੜੇ ਲੋਕੀ ਹੈ ਕ੍ਰਿਮੀਨਲ ਸਾਈਡ ਤੇ, ਕੁਝ ਸਿਸਟਮ ਕੁਝ ਹਾਲਾਤ ਦੇ ਥਰੂ ਔਰ ਕੁਝ ਆਪਣੇ ਆਪ ਜ਼ਿੰਦਗੀ ਤੋਂ ਤੰਗ ਆ ਕੇ ਇਸ ਚੀਜ਼ਾਂ ਦੇ ਵਿੱਚ ਪਏ ਨੇ। ਕੁਝ ਮੁਲਕ ਦੇ ਹਾਲਾਤ ਜਿਵੇਂ ਚੱਲ ਰਹੇ ਨੇ, ਹਰ ਚੀਜ਼ ਮਹਿੰਗਾਈ ਹੈ, ਕੋਈ ਰੋਟੀ ਨਹੀਂ ਦਿੰਦਾ ਸਰ। ਅੱਜ ਸਾਡੇ ਵਰਗੇ ਨੌਜਵਾਨ ਕੁਝ ਨਸ਼ੇ ਦੇ ਲੱਗ ਜਾਂਦੇ ਨੇ, ਕੁਝ ਚੋਰੀ ਚਕਾਰੀ। ਅੱਜ ਫੜੇ ਗਏ ਨੇ, ਸਾਨੂੰ ਇਸ ਚੀਜ਼ ਦੀ ਤੋਬਾ ਹੁੰਦੀ ਅੰਦਰੋਂ ਕਿ ਸਾਡੇ ਨੂੰ ਵੇਖ ਕੇ ਕੋਈ ਇਸ ਚੀਜ਼ ਨੂੰ ਤੋਬਾ ਕਰੇ ਕਿ ਸਾਨੂੰ ਵੇਖ ਲਓ ਅਸੀਂ ਇਸ ਹਾਲਾਤ 'ਤੇ ਖਲੋਤੇ ਨੇ, ਨਸ਼ੇ ਦੇ ਆਦੀ ਵੀ ਨੇ ਅਤੇ ਚੋਰੀ ਚਕਾਰੀਆਂ 'ਚ ਵੀ ਲੱਗੇ ਨੇ। ਕਿਉਂ? ਮੇਰੇ ਤਾਂ ਮਾਂ ਪਿਓ ਨਹੀਂ ਸੀ ਨਾ ਇਹਦੇ ਸੀ ਨਾਲ ਦੇ ਅਤੇ ਅਸੀਂ ਇਹ ਚੋਰੀ ਚਕਾਰੀ 'ਚ ਲੱਗੇ। ਸਾਡਾ ਜਿਹੜਾ ਕਰਨ ਵਾਲਾ ਸੀ ਬੰਦਾ ਮੇਨ ਸਰਗਰਮ ਸੀ, ਉਹ ਤਾਂ ਨੱਸ ਗਿਆ। ਠੀਕ ਹੈ, ਅਸੀਂ ਫੜੇ ਗਏ। ਸਾਡੀ ਲਿਖੀ ਸੀ ਜਿਹੜਾ ਅਸੀਂ ਅੱਜ ਇੱਥੇ ਤੁਹਾਡੇ ਸਾਹਮਣੇ ਖਲੋਤੇ ਨੇ। ਅੱਛਾ, ਤੂੰ ਵਾਕਈ ਬੜਾ ਅੱਛਾ ਹਕੂਮਤ ਨੂੰ ਵੀ ਮੁਤਾਲਬਾ ਕਰਤਾ ਹੈ ਔਰ ਜਗਾਇਆ ਲੋਕਾਂ ਨੂੰ ਕਿ ਤੁਸੀਂ ਬੜੇ ਮਜ਼ਲੂਮ ਹੋ। ਮਜ਼ਲੂਮ ਨਹੀਂ ਹੈ ਸਰ, ਗਲਤੀ ਕੀਤੀ ਅਸੀਂ। ਡਕੈਤੀ ਦੀ ਵਾਰਦਾਤ ਤੇ ਤੁਸੀਂ ਕਰਦੇ ਸੋ। ਹੁਣ ਮੈਨੂੰ ਸਾਰੀ ਤਫਸੀਲ ਦੱਸ ਕਿ ਪਹਿਲੀ ਵਾਰੀ ਡਕੈਤੀ ਕਿਦੋਂ ਕੀਤੀ? ਉਦੋਂ ਵੀ ਤੂੰ ਨਸ਼ਾ ਕਰਨਾ ਸੀ ਜਾਂ ਨਸ਼ੇ ਤੋਂ ਪਹਿਲੇ ਵਾਲਾ ਕੰਮ ਸ਼ੁਰੂ ਕਰਤਾ ਸੀ? ਨਹੀਂ ਸਰ, ਨਸ਼ੇ ਤੇ ਲੱਗੇ ਨੇ। ਨਸ਼ੇ ਨੇ ਇੰਨਾ ਮਜਬੂਰ ਕਰ ਛੜਿਆ ਸਰ। ਨਸ਼ਾ ਕਿਸ ਤਰ੍ਹਾਂ ਲੱਗਾ? ਸਰ ਜੀ ਮਾਂ ਪਿਓ ਫੌਤ ਹੋ ਗਏ, ਜਿਹੜੀ ਅੱਕੀ ਸੱਚੀ ਗੱਲ ਹੈ। ਠੀਕ ਹੈ। ਔਰ ਉਹਦੇ ਬਾਅਦ ਕੋਈ ਰਾਸਤਾ ਨਹੀਂ ਮਿਲਿਆ ਸਰ। ਆਪਣੇ ਆਪ ਦਿਲ ਜ਼ਿੰਦਗੀ ਤੋਂ ਤੰਗ ਆ ਕੇ ਨਾ। ਮਾਂ ਬਾਪ ਕਿੰਨੇ ਅਰਸੇ ਪਹਿਲਾਂ? ਇਹ ਸਰ 4 ਸਾਲ ਪਹਿਲੇ ਫੌਤ ਹੋਏ। 4 ਸਾਲ ਪਹਿਲੇ ਫੌਤ ਹੋਏ। ਉਦੋਂ ਤੇਰੀ ਕਿੰਨੀ ਉਮਰ ਸੀ? ਸਰ ਮੇਰੀ ਉਸ ਟਾਈਮ ਤੇ 22 ਸਾਲ ਉਮਰ ਸੀ। ਕਈ ਦੁਨੀਆ 'ਚ ਐਸੇ ਲੋਕ ਨੇ ਜਿਨ੍ਹਾਂ ਦੇ ਸਰ ਸਰਪ੍ਰਸਤੀ ਨਹੀਂ ਕਰੀ ਨਾ। ਬੇਲਗਾਮ ਗੋਰਾ ਵੀ ਸਰ ਜਿਹੜਾ ਹੁੰਦਾ ਭਾਈ ਨਹੀਂ ਸਨ। ਭਾਈ ਹੈਗੇ ਸੀ ਮਗਰ ਆਪਣੇ ਘਰ-ਬਾਰ ਦੇ ਸਰ ਹਾਲਾਤ ਇੰਜ ਦੇ ਹੈਗਾ, ਕੌਣ ਕਿਸੇ ਨੂੰ ਪਾਲਦਾ ਹੈਗਾ। ਇੱਕ ਟਾਈਮ ਦੀ ਰੋਟੀ ਕੋਈ ਨਹੀਂ ਦਿੰਦਾ ਸਰ। ਅੱਛਾ, ਤੇ ਫਿਰ ਇੱਕ ਟਾਈਮ ਦਾ ਤੂੰ ਨਸ਼ਾ ਕਰਨ ਲੱਗ ਪਿਆ? ਰੋਟੀ ਸਰ ਜੀ ਬਸ ਆਪਣੇ ਆਪ ਤੋਂ ਮੈਂ ਦੱਸਿਆ ਨਾ ਤੁਹਾਨੂੰ ਕਿ ਆਪਣੇ ਆਪ ਤੋਂ ਮੈਂ ਤੰਗ ਆਇਆ ਪਿਆ ਸੀ। ਉਹ ਵੀ ਤੇ ਪੈਸਿਆਂ ਦਾ ਆਉਂਦਾ ਨਾ ਨਸ਼ਾ, ਮਹਿੰਗਾ ਨਸ਼ਾ। ਸਰ ਪਹਿਲੇ ਮਨਸ਼ਾਤ ਫਰੋਸ਼ਾਂ ਦੇ ਨਾਲ ਖਲੋਤੇ ਰਹਿੰਦੇ ਸੀ। ਮਨਸ਼ਾਤ ਫਰੋਸ਼ੀ ਜਿੰਨੇ ਹੈਗੇ ਨੇ ਉਹ ਚੋਰੀ ਡਕੈਤੀਆਂ ਕਰਦੇ ਨੇ। ਅੱਛਾ। ਠੀਕ ਹੈ ਸਰ। ਅੱਛਾ। ਤੇ ਉਹਨਾਂ ਨੂੰ ਵੇਖਾ ਵੇਖੀ ਸਰ ਇਸ ਚੀਜ਼ 'ਚ ਅਸੀਂ ਵੀ ਲੱਗ ਗਏ। ਠੀਕ ਹੈ। ਔਰ ਅਸੀਂ ਕੋਈ ਪ੍ਰੋਫੈਸ਼ਨਲ ਚੋਰ ਡਕੈਤ ਨਹੀਂ। ਅਗਰ ਹੁੰਦੇ ਤਾਂ ਸਰ ਅੱਜ ਤੁਹਾਡੇ ਸਾਹਮਣੇ ਖਲੋਤੇ ਨਹੀਂ ਹੁੰਦੇ। ਨਹੀਂ, ਅਗਰ ਪ੍ਰੋਫੈਸ਼ਨਲ ਕਿਹੜੇ ਹੁੰਦੇ ਨੇ ਉਹਨਾਂ ਨੂੰ ਕੋਈ ਸਰਟੀਫਿਕੇਟ ਮਿਲਦਾ? ਉਹਨਾਂ ਕੋਲ ਉਨ ਸਾਰਿਆਂ ਕੋਲ ਹਥਿਆਰ ਹੁੰਦੇ, ਸਾਰੀ ਚੀਜ਼ਾਂ ਹੁੰਦੀਆਂ। ਤੁਹਾਡੇ ਕੋਲ ਕਿਹੜੇ? ਸਾਡੇ ਕੋਲ ਤਾਂ ਛੁਰੀਆਂ ਵਗੈਰਾ ਸੀ। ਜਿਹੜਾ ਬੰਦਾ ਮੌਕੇ ਤੇ ਜਿਹਨੇ ਬੈਗ ਉੱਤੋਂ ਪਹਿਲੇ ਇਹ ਦੱਸਣਾ ਉਹ ਮੌਕੇ ਤੇ ਹੋਇਆ ਸਰ। ਅਸੀਂ ਮੁਸਲਿਮ ਟਾਊਨ ਮੋੜ ਤੇ ਪੁਲ ਥੱਲੇ ਖਲੋਤੇ ਹੈਗੇ ਸੀ, ਉੱਤੋਂ ਬੈਗ ਡਿੱਗਿਆ, ਸਾਨੂੰ ਨਹੀਂ ਪਤਾ ਲੱਗਿਆ ਬੈਗ ਕੀ ਹੈਗਾ। ਅੱਛਾ, ਮੁਸਲਿਮ ਟਾਊਨ ਮੋੜ ਤੇ ਜਿਹੜਾ ਫਲਾਈਓਵਰ ਹੈ ਉਹਦੇ ਥੱਲੇ ਅਸੀਂ ਖਲੋਤੇ ਸੀ। ਕੌਣ ਖੜਾ ਸੀ? ਅਸੀਂ ਚਾਰੋਂ ਹੀ
ਇੱਕ ਹੈ ਤੇਰੇ ਨਾਲ ਸੀ, ਇੱਕ ਤੂੰ ਸੀ, ਔਰ ਇੱਕ ਹੋਰ ਬੰਦਾ ਹੈਗਾ। ਹੋਰ ਦੋ ਹੋਰ ਸੀ। ਦੋ ਹੈਗੇ ਉਹ ਨਿਸ਼ਾਨਦੇਹੀ ਵਾਸਤੇ ਗਏ ਨੇ। ਅੱਛਾ, ਕਿਹੜੀ ਨਿਸ਼ਾਨਦੇਹੀ? ਸਰ ਇਹ ਸਰ ਲੈ ਕੇ ਗਏ ਨੇ। ਅੱਛਾ ਠੀਕ ਹੈ। ਤੇ ਉਹ ਖੜੇ ਸੋ ਫਿਰ ਕੀ ਹੋਇਆ? ਉੱਤੋਂ ਬੈਗ ਡਿੱਗਿਆ, ਅਸੀਂ ਫੜਿਆ, ਅਸੀਂ ਖੋਲ ਕੇ ਵੇਖਿਆ ਉਹਦੇ ਵਿੱਚ ਪੈਸੇ ਹੈਗੇ ਸੀ। ਅੱਛਾ, ਬੈਗ ਖੋਲਿਆ ਤੇ ਉਹਦੇ ਵਿੱਚ ਪੈਸੇ ਹੈਗੇ ਸੀ। ਠੀਕ ਹੈ। ਤੇ ਉਹ ਸਿਰਫ ਤੁਹਾਨੂੰ ਹੀ ਪਤਾ ਲੱਗਾ, ਹੋਰ ਉੱਤੇ ਕਿਸੇ ਨੂੰ ਨਹੀਂ ਪਤਾ ਲੱਗਾ? ਸਾਰਿਆਂ ਨੂੰ ਪਤਾ ਲੱਗਿਆ, ਜਿਸ ਕਰਕੇ ਜਿਹੜਾ ਹੈਗਾ ਕੈਸ਼ ਤਕਸੀਮ ਹੋ ਗਿਆ ਹੈਗਾ। ਅੱਛਾ, ਨਹੀਂ ਚਾਰ ਲੋਕਾਂ ਨੇ ਤਕਸੀਮ ਕੀਤਾ? ਚਾਰ ਲੋਕਾਂ ਦੇ ਵਿੱਚ ਵੀ ਫੂਟ ਪੈ ਗਿਆ ਜੀ ਇਤਨਾ ਪੈਸਾ ਵੇਖ ਕੇ ਸਰ। ਅੱਛਾ, ਕਿੰਨਾ ਪੈਸਾ ਸੀ ਉਹਦੇ ਵਿੱਚ? 42 ਲੱਖ ਰੁਪਏ ਸੀ। 42 ਲੱਖ? ਹਾਂ, ਅਸੀਂ ਗਿਣਿਆ ਨਹੀਂ ਸੀ ਮੌਕੇ ਤੇ, ਮਗਰ ਪੈਸਾ ਵਾਵਾ ਹੀ ਸਾਰਾ ਸੀ। ਅੱਛਾ, ਕਿਹੜੇ ਨੋਟ ਸਨ? 5-5 ਹਜ਼ਾਰ ਦੇ, 1000 ਵਾਲੇ, 500 ਵਾਲੇ, 3 ਨੋਟ ਸੀ ਇਹ ਜਿਹੜਾ ਅਸੀਂ ਵੇਖੇ ਹੈਗੇ ਸੀ ਸਰ। ਅੱਛਾ, ਫਿਰ ਤੁਸੀਂ ਉੱਥੇ ਤਕਸੀਮ ਸ਼ੁਰੂ ਕਰ ਦਿੱਤੀ? ਉੱਥੇ ਤਕਸੀਮ ਨਹੀਂ, ਉੱਥੇ ਜਿਹੜਾ ਲੱਗਿਆ, ਕਿਉਂਕਿ ਆਵਾਮ ਵੇਖਾ ਵੇਖੀ ਬਹੁਤ ਇਕੱਠੀ ਹੋ ਗਈ ਸੀ। ਅੱਛਾ। ਉੱਥੇ ਜਿਹੜੇ ਵੱਡੇ ਪੰਚਾਇਤ ਵਿਰੋਧ ਸੀ, ਕੁਝ ਸ਼ਾਗਿਰਦਮ ਸੀ, ਬੱਗੂ ਸ਼ਾਹ ਸੀ। ਅੱਛਾ। ਔਰ ਅਲੀ ਇੱਕ ਮੁੰਡਾ ਹੈ ਨਾਂ ਦਾ, ਬਾਕੀ ਕਲੋਨੀ ਰਹਿੰਦਾ ਹੈਗਾ। ਅੱਛਾ। ਔਰ ਇੱਕ ਹੈਗਾ ਮਸੇਰ ਨਾਂ ਦਾ ਮੁੰਡਾ, ਠੀਕ ਹੈ। ਉਹ ਮੁਲਵਸ ਸੀ। ਉਹਨਾਂ ਦੇ ਹੱਥ 'ਚ ਲੱਖ ਰੁਪਏ, ਕਿਸੇ ਦੇ 7 ਲੱਖ, ਕਿਸੇ ਦੇ 5 ਲੱਖ, ਕਿਸੇ ਦੇ ਲੱਖ। ਤੇਰੇ ਸੇ ਕਿੰਨੇ ਪੈਸੇ ਆਏ? ਸਾਡੇ ਹਿੱਸੇ ਕੁਝ ਵੀ ਨਹੀਂ ਆਇਆ ਸਰ। ਜਿਹੜਾ ਮੌਕੇ ਤੇ ਜਿਹਦੇ ਘਰੋਂ ਬਰਾਮਦੀ ਅਸੀਂ ਕਰਵਾਈ ਹੈ ਨਾ ਜੱਸੀ ਦੇ, ਨਹੀਂ ਉੱਥੋਂ ਕਿੰਨੇ ਪੈਸੇ ਮਿਲੇ? ਤੂੰ ਅਗਲੀ ਗੱਲ। 27 ਲੱਖ ਰੁਪਏ ਅਸੀਂ ਬਰਾਮਦ ਕਰਵਾਇਆ। ਤੈਨੂੰ ਕਿੰਨੇ ਪੈਸੇ ਮਿਲੇ ਸਰ? ਮੈਨੂੰ ਤਾਂ ਕੁਝ ਵੀ ਨਹੀਂ ਮਿਲਿਆ। ਇਹਨੂੰ ਵੀ ਨਹੀਂ ਕੋਈ ਪੈਸਾ ਮਿਲਿਆ? ਨਹੀਂ ਸਰ। ਤੁਸੀਂ ਚਾਰੋਂ ਕੋਈ ਪੈਸਾ ਨਹੀਂ ਲੈ ਸਕੇ? ਨਹੀਂ ਸਰ, ਪੈਸਾ ਕੁਝ ਵੀ ਨਹੀਂ ਅਸੀਂ ਹਾਸਲ ਕਰ ਸਕੇ। ਅਸੀਂ ਬਰਾਮਦਗੀ ਕਰਵਾਈ ਹੈ, ਜਿਹੜਾ ਮੇਨ ਮੁਲਜ਼ਮ ਹੈ। ਇੱਕ ਮਿੰਟ, ਫਿਰ ਉਹ ਪੈਸੇ ਲੈ ਕੇ ਲੋਕ ਚਲੇ ਗਏ ਉੱਥੋਂ? ਅਸੀਂ ਸਾਡੇ ਇੱਕ ਮੇਨ ਜਿਹੜਾ ਗੈਂਗ ਦਾ ਪਾਰਟਨਰ ਸੀ ਨਾ, ਉਹਨੂੰ ਮਿਲੇ ਸਨ ਪੈਸੇ? ਹਾਂ ਜੀ, ਉਹਨੂੰ 27 ਲੱਖ ਰੁਪਏ ਮੌਕੇ ਤੇ। ਤੁਹਾਡਾ ਗੈਂਗ ਸੀ ਨਾ? ਜੀ ਸਰ। ਉਹਨੇ ਇਹ ਤੁਹਾਨੂੰ ਦੇਣੇ ਸਨ ਪੈਸੇ? ਜੀ ਸਰ, ਤਕਸੀਮ ਕਰਾਣੇ ਸਨ ਤੇ 27 ਲੱਖ ਉਹਦੇ ਕੋਲ ਸੀ? ਜੀ ਸਰ। ਫਿਰ ਤੁਸੀਂ ਫੜੇ ਕਿਸ ਤਰ੍ਹਾਂ? ਮੌਕੇ ਤੇ 15 ਤੇ ਜਿਹੜਾ ਮੁੰਡਾ ਜਿਹਦਾ ਬੈਗ ਸੀ, ਅੱਛਾ, ਤੇ ਉਹ ਇੱਕ ਨਸ਼ਈ ਨੇ ਉਹਨੂੰ ਕੱਟ ਮਾਰ ਛੜਿਆ। ਅੱਛਾ। ਤੇ ਉਹਨੇ 15 ਤੇ ਕਾਲ ਕਰਤੀ ਤੇ ਸਾਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ। ਅੱਛਾ। ਜਿਸ ਕਰਕੇ ਅਸੀਂ ਮੌਕੇ ਤੇ ਫੜੇ ਗਏ ਸੀ ਦੋ। ਅੱਛਾ, ਦੋਨੋਂ ਫੜੇ ਗਏ? ਹਾਂ, ਫਿਰ ਉਹਦੇ ਬਾਅਦ ਦੋ ਹੋਰ ਫੜੇ ਗਏ। ਦੋ ਹੋਰ ਫੜੇ ਗਏ ਤੇ 27 ਲੱਖ ਰੁਪਇਆ ਤੁਸੀਂ ਬਰਾਮਦ ਕਰਵਾਤਾ ਹੈ। ਤੇ ਬਾਕੀ ਪੈਸੇ ਜਿਨ੍ਹਾਂ ਦਾ ਨਾਂ ਦੱਸਿਆ ਸਰ, ਉਹਨਾਂ ਕੋਲੇ ਗਏ ਨੇ। ਅੱਛਾ, ਤੂੰ ਡਕੈਤ ਦੇ ਕਿ ਨਸ਼ਈ ਹੈ? ਸਰ ਮਲਟੀਪਲ ਹੈ, ਦੋਵੇਂ ਹੀ ਹੈਗੇ, ਨਸ਼ਈ ਵੀ ਹੈਗੇ ਤੇ ਇਸ ਚੀਜ਼ 'ਚ ਪੈ ਗਏ ਨੇ। ਨਹੀਂ, ਨਸ਼ਈ ਹੈ ਤੇ ਹੋਰ ਕੀ ਹੈ? ਸਰ ਡਕੈਤੀ ਦੇ ਪੜ ਗਏ, ਚੋਰੀ ਚਕਾਰੀ ਤੇ ਲੱਗ ਗਏ ਨੇ। ਤੇਰਾ ਰਿਕਾਰਡ ਵੀ ਹੈਗਾ? ਸਰ ਮਨਸ਼ਿਆਤ ਦਾ ਹੈਗਾ। ਨਹੀਂ, ਡਕੈਤੀ ਦੇ ਪਰਚੇ ਵੀ ਨੇ? ਨਹੀਂ ਸਰ, ਡਕੈਤੀ ਦਾ ਨਹੀਂ ਹੈਗਾ, ਪਹਿਲੇ ਨਹੀਂ ਫੜੇ ਗਏ ਸੀ, ਜਿਹੜੀ ਸੱਚੀ ਗੱਲ ਹੈ। ਅੱਛਾ, ਫੜੇ ਨਹੀਂ ਗਏ, ਚੋਰੀ ਦੇ ਗਏ ਨੇ? ਜੀ ਸਰ, ਚੋਰੀ ਦੇ ਪਰਚੇ ਗਏ ਨੇ, ਠੀਕ ਹੈ। ਤੇ ਹੁਣ ਜਿਹੜਾ ਵੇ ਤੂੰ ਡਕੈਤੀ ਦੇ ਵਿੱਚ ਆ ਗਿਆ, ਠੀਕ ਹੈ ਨਾ? ਹੁਣ ਤੇ ਡਕੈਤੀ ਆ ਗਈ ਨਾ, ਛੁਰੀਆਂ ਵੀ ਸਨ ਤੇਰੇ ਕੋਲ, ਚਾਕੂ ਵੀ ਸਨ। ਹੁਣ ਤੇ ਉਹ ਇਹ ਕਹਿੰਦੇ ਨੇ ਨਾ ਸਾਰੇ ਲੋਕ ਕਿ ਤੂੰ ਡਕੈਤੀਆਂ ਵੀ ਕਰਦਾ ਰਿਹਾ। ਹੁਣ ਤੂੰ ਮੈਨੂੰ ਦੱਸ ਕਿ ਤੂੰ ਨਸ਼ਾ ਛੱਡਣਾ ਚਾਹੁੰਦਾ? ਜੀ ਸਰ। ਕਿਸ ਤਰ੍ਹਾਂ ਛੱਡੇਗਾ? ਕੋਈ ਇਲਾਜ का हो सर, कोई जिदे ਅੰਦਰ ਤੇ ਬਹੁਤ ਅੱਛਾ ਇਲਾਜ ਹੋਏਗਾ, ਤੈਨੂੰ ਨਹੀਂ ਮਿਲੇਗਾ ਨਸ਼ਾ ਤੇ ਸਰ ਐਸੀ ਕਰਕੇ ਅੰਦਰ ਆਇਆ। ਜੀ ਸਰ। ਤੇ ਹੁਣ ਨਸ਼ਾ ਛੁੱਟ ਜਾਏਗਾ इंशाल्लाह सर। ਤੇ ਪੁਲਿਸ ਵਾਲੇ ਕੋਈ ਜ਼ਿਆਦਤੀ ਕਰ ਰਹੇ ਨੇ? नहीं सर, ਇਹ ਬਹੁਤ ਤਾਵਨ ਕਰ ਰਹੇ ਨੇ। ਨਹੀਂ, ਇਹ ਤੇ ਤੂੰ ਕੋਲ ਖੜੇ ਨੇ। ਨਹੀਂ ਸਰ, ਜਿਹੜੀ ਅੱਕੀ ਸੱਚੀ ਗੱਲ ਹੈ, ਖਾਣ ਨੂੰ ਰੋਟੀ ਦੇ ਰਹੇ ਨੇ, ਤਾਵਨ ਕਰ ਰਹੇ ਨੇ। ਇੱਕ ਵਾਰੀ ਇੰਟਰੋਗੇਸ਼ਨ ਕੀਤੀ, ਉਹਦੇ ਇਲਾਵਾ ਉਹਨਾਂ ਨੇ ਕਦੀ ਕੁਝ ਨਹੀਂ ਕੀਤਾ। ਇੰਟਰੋਗੇਸ਼ਨ ਇੱਕ ਵਾਰੀ ਮੰਜ਼ਰ ਸਾਹਿਬ ਇਹ ਨੇ, ਇਹ ਬੜੇ ਅੱਛੇ ਇਨਸਾਨ ਨੇ। ਅੱਛਾ, ਇੰਟਰੋਗੇਸ਼ਨ ਇੱਕ ਵਾਰੀ ਕੀ ਕੀਤੀ ਹੈ? ਇਹਨਾਂ ਨੇ ਜਿਹੜੀ ਮੌਕੇ ਤੇ ਜਿਹੜੀ ਹੁੰਦੀ ਸਰ, ਇੰਨਾ ਵੀ ਤੇ ਪਿਆਰ ਨਹੀਂ ਕੀਤਾ, ਨਹੀਂ ਜਾਂਦਾ ਨਾ। ਹਾਂ, ਬੋਲਾ ਮਾਪਿਓ ਵੀ ਜਿਹੜਾ ਹੈਗਾ ਔਲਾਦ ਤੇ ਗੁੱਸਾ ਕਰਦੇ ਨੇ। ਕਿਸ ਤਰ੍ਹਾਂ ਦਾ ਗੁੱਸਾ ਕਰਦੇ ਨੇ? ਜਿਹੜਾ ਇਹਨਾਂ ਦਾ ਤਫਸੀਲ ਦਾ ਤਰੀਕੇਕਾਰ ਹੁੰਦਾ ਹੈ। ਕੀ ਤਰੀਕਾਕਾਰ ਹੈ? ਤਫਸੀਸ਼ ਅਸੀਂ ਦੱਸਿਆ ਕਿ ਦੱਸੋ ਦੋ ਇਹਨਾਂ ਦਾ ਤਰੀਕਾ ਕੀ? ਉਹ ਤੇ ਤੂੰ ਆਪਣਾ ਤਰੀਕਾ ਦੱਸ। ਤੁਸੀਂ ਸਰ ਪੁੱਛਣਾ ਹੈ ਚਾਰੇ ਮਾਰਿਆ ਕੀ? ਇਹਨਾਂ ਨੇ ਚੁੰਡਾ ਮਾਰੀਆਂ। ਅੱਛਾ। 2-4 ਠੁੱਡੇ ਮਾਰੇ। ਅੱਛਾ। ਜਿਹੜਾ ਨਸ਼ਈ ਬੰਦਾ ਹੁੰਦਾ ਵੈਸੇ ਹੀ ਮਰਿਆ ਹੁੰਦਾ ਸਰ। 4-5 ਘੰਟੇ ਤੋਂ ਨਸ਼ਾ ਨਾ ਮਿਲੇ ਉਹਨੂੰ। ਹਾਂ। ਤਾਂ ਉਹਦੀ ਕਮਜ਼ੋਰੀ ਇਹੀ ਹੁੰਦੀ, ਜਦੋਂ ਉਹਨੂੰ ਨਸ਼ਾ ਨਹੀਂ ਮਿਲੇਗਾ ਤਾਂ ਉਹ ਫਿਰ ਪੈਰਾਂ ਤੇ ਵੀ ਹੱਥ ਲਾਏਗਾ ਔਰ ਕਹੇਗਾ ਦਿਓ। ਲੇਕਿਨ ਇਹ ਗੱਲ ਤੇ ਠੀਕ ਹੈ ਨਾ? ਤੇ ਇਹਨਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਸੀ। ਹਾਂ, ਲੇਕਿਨ ਇਹ ਗੱਲ ਤੇ ਠੀਕ ਹੈ ਨਾ ਕਿ ਤੁਸੀਂ ਡਕੈਤੀ ਕਰਦੇ ਰਹੇ ਹੋ, ਪੈਸੇ ਵੀ ਤੁਹਾਡੇ ਕੋਲੋਂ ਬਰਾਮਦ ਹੋਏ ਨੇ। ਇਹ ਗੱਲ ਤੇ ਠੀਕ ਹੈ ਨਾ? ਜੀ ਸਰ। ਤੇ ਫਿਰ ਐਸੇ ਲੋਕਾਂ ਨਾਲ, ਇਹ ਮੁਲਜ਼ਮਾਂ ਦੇ ਨਾਲ ਇਹੀ ਤਰੀਕਾ ਹੁੰਦਾ ਇਸ ਤਰ੍ਹਾਂ ਦਾ ਤਰੀਕਾ ਸਰ? ਇਹੀ ਤਰੀਕਾ ਜਾਂ ਤੈਨੂੰ ਮਹਿਮਾਨ ਬਣਾਉਂਦੇ ਤੈਨੂੰ? ਨਹੀਂ ਸਰ, ਮੈਂ ਕਦੋਂ ਕਿਹਾ ਮਹਿਮਾਨ? ਮੈਂ ਤੇ ਕਹਿ ਰਿਹਾ ਇਹਨਾਂ ਨੇ ਸਾਡੇ ਨਾਲ, ਅਸੀਂ ਤਰੀਕੇ ਨਾਲ ਇਹਨਾਂ ਨੂੰ ਦੱਸਤਾ ਹੈਗਾ। ਅੱਛਾ। ਇਹਨਾਂ ਨੇ ਸਾਡੇ ਨਾਲ ਤਾਵੁਨ ਨਹੀਂ ਕੀਤਾ ਹੈਗਾ। ਠੀਕ ਹੈ। ਬਸ ਤੇ ਹੁਣ ਨਸ਼ਾ ਛੱਡ ਕੇ ਫਿਰ ਕੀ ਕਰਨਾ ਹੈ? ਬਾਹਰ ਜਾ ਕੇ ਬਿਹਤਰ ਜ਼ਿੰਦਗੀ ਗੁਜ਼ਾਰਨੀ ਸਰ। ਤੋਬਾ ਹੋਗਾ। ਕਿਸ ਤਰ੍ਹਾਂ ਹੋਏਗੀ? ਆਪਣੇ ਮੈਂ ਦੱਸਿਆ ਹੈਗਾ ਸਰ, ਜਦੋਂ ਨਸ਼ਾ ਛੁੱਟ ਜਾਏਗਾ ਤਾਂ ਫਿਰ ਆਪਣੇ ਆਪ ਨੂੰ ਕਿਸੇ ਨਾ ਕਿਸੇ ਹੱਕ ਲਾਲ ਦੇ ਮਾਸ ਵੇਚ ਲੈਣੇ, ਪੈਨ ਵੇਚ ਲੈਣੇ। ਅੱਛਾ। ਮਤਲਬ ਕਿ ਆਪਣੇ ਆਪ ਨੂੰ ਬਿਜ਼ੀ ਰੱਖਣਾ, ਮਾਈਂਡ ਨੂੰ ਵੀ ਬਿਜ਼ੀ ਰੱਖਣਾ ਔਰ ਬਿਹਤਰ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ। ਸ਼ਾਦੀ ਹੋਈ ਹੈ? ਨਹੀਂ ਸਰ। ਨਹੀਂ ਹੋਈ। ਹਾਂ ਬਈ, ਤੇਰਾ ਕੀ ਨਾਮ ਹੈ? ਅਦੀਲ ਸਰ। ਅਦੀਲ, ਜ਼ਰਾ ਉੱਚੀ ਬੋਲ। ਅਦੀਲ ਕੀ ਹੋਇਆ ਹੈ? ਦੱਸ ਜ਼ਰਾ, ਕਿਸ ਤਰ੍ਹਾਂ ਵਾਰਦਾਤ ਕੀਤੀ?
ਸਰ ਵਾਰਦਾਤ ਐਂ ਜੀ ਤੁਹਾਨੂੰ ਜੰਜ ਭਾਈ ਨੇ ਦੱਸਿਆ ਕਿ ਉੱਤੋਂ ਤੂੰ ਆਪ ਹੀ ਬੈਗ ਦੱਸ ਦੇਣਾ, ਹੋ ਸਕਦਾ ਹੈ ਗਲਤ ਕਹਿ ਰਿਹਾ ਹੋਵੇ। ਨਹੀਂ ਸਰ ਪੁਲਿਸ ਕੋ ਡਰ ਕੇ ਕਹਿ ਰਿਹਾ ਹੋਵੇ। ਨਹੀਂ ਸਰ ਜੰਜ ਕਹਿ ਰਿਹਾ ਬਿਲਕੁਲ ਠੀਕ ਕਹਿ ਕੀ ਰਿਹਾ। ਹੋਇਆ? ਉੱਤੋਂ ਥੱਲੇ ਕੀ ਹੋਇਆ? ਬੈਗ ਆਇਆ ਤੇ ਥੱਲੇ ਐਂ ਨਸ਼ਈ ਸਾਰੇ ਨਾ ਆਪਣਾ ਨਸ਼ਾ ਕਰ ਰਹੇ ਸੀ। ਇਫਤਾਰੀ ਦਾ ਟਾਈਮ ਹੋਣ ਵਾਲਾ ਸੀ ਅੱਛਾ ਜਾਂ ਹੋ ਗਿਆ ਸੀ ਮਸਲਨ ਕਿ ਥੋੜਾ ਜਿਹਾ 19-20 ਹੈਗੀ ਸੀ ਅੱਛਾ ਤੇ ਉਸ ਦੌਰਾਨ ਹੀ ਉੱਤੋਂ ਬੈਗ ਥੱਲੇ ਆਇਆ ਤੇ ਥੱਲੇ ਅਸੀਂ ਨਸ਼ਈਆਂ ਕੋ ਸਾਰਿਆਂ ਕੋ ਆ ਗਿਆ ਸਰ। ਠੀਕ ਹੈ। ਤੇ ਕਿੰਨੇ ਪੈਸੇ ਸਨ ਤੂੰ ਦੇਖੇ ਜਿਹੜੇ? ਸਰ ਗਿਨੇ ਨਹੀਂ ਸੀ ਨਾ ਇੰਨਾ ਪਤਲਾ ਚੱਲਦਾ, ਲੇਕਿਨ ਕਾਫੀ 5000 ਦੇ ਵੀ ਨੋਟ ਸਨ, 1000 ਵਾਲੇ ਵੀ ਸਨ, 500 ਵਾਲੇ ਵੀ ਵਿੱਚ ਹੈ ਸਨ। ਠੀਕ ਹੈ। ਤੇ ਤੈਨੂੰ ਕਿੰਨੇ ਪੈਸੇ ਮਿਲੇ ਸਨ? ਸਰ ਬਟਵਾਰੇ ਹੋਏ ਸਨ ਸਰ ਸਾਰੇ। ਤੇ ਤੈਨੂੰ ਕਿੰਨੇ ਮਿਲੇ ਸਨ? ਸਰ ਮੈਨੂੰ ਵਿੱਚੋਂ ਲੱਖ ਰੁਪਇਆ ਮਿਲ ਗਿਆ ਸੀ। ਲੱਖ ਤੇ ਡੇਢ ਲੱਖ ਰੁਪਏ ਦਾ ਰੁਪਇਆ। ਕੀ ਕੀਤਾ? ਕੁਛ ਵੀ ਨਹੀਂ ਸਰ, ਬਰਾਮਦ ਹੋ ਗਿਆ ਸਰ, ਬਰਾਮਦੀ ਕਰਾ ਦਿੱਤੀ ਸੀ। ਉਹ ਇਹ ਕਿਸ ਤਰ੍ਹਾਂ ਦੀ ਵਾਰਦਾਤ ਸੀ ਕਿ ਉੱਤੋਂ ਬੈਗ ਕਿਸ ਤਰ੍ਹਾਂ ਡਿੱਗਿਆ, ਤੁਹਾਨੂੰ ਪਤਾ ਨਹੀਂ ਚੱਲਿਆ? ਚੋਰ ਪੈ ਗਏ ਸੀ ਸਰ। ਹੈਂ? ਫਲਾਈਓਵਰ ਤੇ ਉਹ ਬੰਦਾ ਜਿਹੜਾ ਅੱਛਾ ਦੱਸ ਬਈ, ਫਲਾਈਓਵਰ ਤੇ ਕੀ ਚੋਰ ਪੈ ਗਏ ਸਨ? ਹਾਂਜੀ ਤੇ ਉਹਨੇ ਥੱਲੇ ਸੁੱਟ ਦਿੱਤਾ? ਹਾਂ, ਉਹਨੇ ਗੁੱਥਾ ਹੋਏ ਨੇ ਤੇ ਉਹਨੇ ਬੈਗ ਥੱਲੇ ਸੱਟਤਾ। ਅੱਛਾ ਤੇ ਥੱਲੇ ਉਹ ਦੂਸਰੇ ਚੋਰ ਪੈ ਗਏ? ਜੀ ਉੱਤੋਂ ਚੋਰਾਂ ਕੋਲੋਂ ਬਚ ਰਿਹਾ ਸੀ ਤੇ ਥੱਲੇ ਦੂਸਰੇ ਚੋਰ ਪੈ ਗਏ? ਹਾਂਜੀ ਸਰ। ਅੱਛਾ ਤੇ ਫਿਰ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ 42 ਲੱਖ ਰੁਪਇਆ ਤੁਹਾਡੇ ਕੋਲ ਆਇਆ ਸੀ ਤੇ ਉਹ ਬੈਗ ਜਦੋਂ ਥੱਲੇ ਡਿੱਗਿਆ ਤੇ ਉਹ ਖੁੱਲਿਆ ਨਹੀਂ? ਨਹੀਂ ਸਰ। ਮਜ਼ਬੂਤ ਬੈਗ ਸੀ? ਜੀ। ਅੱਛਾ ਹਾਂ ਵੀ ਦੱਸ ਫਿਰ ਕੀ ਹੋਇਆ? ਕੁਛ ਨਹੀਂ ਸਰ, ਜਦੋਂ ਬੈਗ ਥੱਲੇ ਆਇਆ ਸਾਰਿਆਂ ਤੂੰ ਦੇ ਨਸ਼ਾ ਕਿੰਨੇ ਅਰਸੇ ਤੋਂ ਕਰ ਰਿਹਾ? ਸਰ ਮੈਂ 3-4 ਸਾਲ ਤੋਂ ਕਰ ਰਿਹਾ ਸਰ। ਕਿੱਥੇ ਦਾ ਰਹਿਣ ਵਾਲਾ? ਸਰ ਮੈਂ ਇਛਰੇ ਦਾ। ਇਛਰੇ ਕਿਹੜੀ ਜਗ੍ਹਾ ਤੇ? ਇਛਰੇ ਸਰ ਇੱਥੇ ਪਾਕਿਸਤਾਨੀ ਚੌਂਕ। ਤੂੰ ਨਸ਼ਾ ਛੱਡਣਾ ਚਾਹੁੰਦਾ ਕਿ ਨਹੀਂ? ਬੇਸ਼ੱਕ ਸਰ, ਨਸ਼ਾ ਹੈ ਲਾਨਤ ਤੋਂ ਜਾਨ ਛੁਡਾਉਣਾ ਚਾਹ ਰਹੇ ਹਾਂ ਸਰ ਅਸੀਂ ਅੱਛਾ ਸਾਰੇ। ਤੇ ਇਹ ਲਾਨਤ ਤੋਂ ਪਹਿਲੇ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ? ਸਰ ਕੀਤੀ, ਲੇਕਿਨ ਇਹ ਨਹੀਂ ਛੁੱਟਦੀ ਸਰ। ਖੁਦਾ ਬਿਹਤਰ ਕਰੇਗਾ, ਜੋ ਹੁੰਦਾ ਅੱਛੇ ਵਾਸਤੇ ਹੁੰਦਾ। ਅੱਛਾ ਚਲੋ ਠੀਕ ਹੋ ਗਿਆ। ਤੇ ਹੁਣ ਇਸ ਤੋਂ ਪਹਿਲੇ ਤੂੰ ਦੱਸ ਸਕਦਾ ਕਿ ਤੂੰ ਕੀ ਕਰਨਾ ਸੀ? ਕਾਰੋਬਾਰ ਕਰਨਾ ਸੀ, ਨੌਕਰੀ ਕਰਨਾ ਸੀ? ਸਰ ਇਸ ਤੋਂ ਪਹਿਲਾਂ ਮੈਂ ਪੈਨ ਵੇਚਣਾ ਸਾਂ। ਪੈਨ ਵੇਚਣਾ ਸੀ? ਹਾਂਜੀ। ਤੇ ਇਹ ਵੀ ਕਹਿੰਦਾ ਮੈਂ ਠੀਕ ਹੋ ਕੇ ਪੈਨ ਵੇਚਾਂਗਾ? ਸਰ ਮੈਂ ਪਹਿਲਾਂ ਕੰਮ ਸ਼ਾਮ ਕਰਨਾ ਸਾਂ, लेकिन फिर पंप पे गड्डियाँ तो होंदा भी काम करना सा, दिहाड़ी लाना सा। बंदा उर्दू बाज़ार का ताजर था, उनका ये मुलाजम है असद। ये इसने 42-43 लाख रुपए गार्डन टाउन देने जाने थे। वहाँ से ये पैसे लेके निकला है को समहाउ इसके पीछे कोई सोर्स लगा। उन्होंने बताया कि इसके बैग लटका के ये जा रहा था। जब ये पुल नहर इछरा के पास पहुँचा है तो इसके जो 4 बंदे हैं इन्होंने उसको रोका है गन पॉइंट पे। ठीक है। वहाँ से रोक के उन्होंने इसका बैग छीना है और ये भाग गए हैं। ठीक है। 15 पे उसने कॉल की है। 15 पे कॉल जैसे ही की है तो तकरीबन 5 मिनट में मैं मेरी टीम हम पहुँचे हैं उधर, और हमें उधर किसी बंदे ने बताया कि डाकू इस तरफ गए हैं। ठीक है। हम फौरी तौर पे उसके पीछे भागे। जैसे अफसरान का, हमारे आईजी साहब, CCPO साहब, DIG साहब का हुक्म है कि फौरी इस पे पहुँचना है। 15 की कॉल पे इस पे कॉल पे पहुँचने के आपके अफेक्टिव असरात होते हैं, इस पर मुस्बित असरात होते हैं। ठीक है। इसी वजह से पहुंचने से हम फौरी उसका पीछा किया। तकरीबन हमने आधा पौना घंटे की स्ट्रगल के बाद हमने 3 बंदे पकड़ लिए, अरेस्ट कर लिए और उनसे कैश 27 लाख रकम बरामद कर ली मौके पर। ठीक है। अच्छा आसिम साहब ये बताएं कि ये जो पकड़े गए हैं मुलजमान जो आपकी हिरासत में हैं, वो कहते हैं कि हम मंशियात का इस्तेमाल करते हैं, हमने तो कभी वारदात नहीं की, लेकिन इनका रिकॉर्ड जो है वो बताता है कि ये रिकॉर्ड याफ्ता हैं। तो ये मंशियात का इस्तेमाल सिर्फ करते हैं या वाकई डकैतियों की वारदातें भी साथ साथ करते हैं? सर जितने भी आज तक मेरा एक्सपीरियंस है, जितने भी डकैत चोर हमने देखे हैं ना सर, वो सारे जो हैं वो ड्रग एडिक्ट होते हैं। उन्होंने ड्रग्स का नशा करके ये वारदात करते हैं। ये आइस, चर्च, हीरोइंस लाजमी इनके करते हैं ये वारदात, उसके बगैर ये कर ही नहीं सकते। ठीक है। अच्छा इनसे कोई और भी इंकशाफात होने का है कोई इम्कान? क्योंकि ज़ाहिर है आपने वारदात हुई, 15 पे कॉल हुई, आपने मुकदमा दर्ज किया, मुलजमान पकड़ लिए, रकम बरामद कर ली, उसके बाद ये मुलजिम आपने इन्वेस्टिगेशन के हवाले कर दिए, मज़ीद इन्वेस्टिगेशन वहाँ होगी। इम्कान है कि कुछ और इंकशाफात हो सकते हैं? जी हाँ, इंशाल्लाह इन्होंने 5-7 इंकशाफ तो किए हैं। इन्वेस्टिगेशन इंचार्ज इस पर वर्क कर रहे हैं। इछरा पुलिस की ऑपरेशन विंग जो है उसने गिरफ़्तार किया है डाकुओं को जो मंशियात का इस्तेमाल भी करते हैं, स्ट्रीट क्राइम की वारदातें भी करते हैं, और अगर उन्हें सड़क पर, चौराहों पर किसी का पैसा या किसी की रकम से भरा हुआ बैग मिल जाए तो उसको भी उठाकर आपस में तकसीम कर लेते हैं। SHO इछरा आसिम रफ़ी साहब हैं हमारे साथ, जिन्होंने इस गिरोह को गिरफ़्तार किया। 4 अरकान इस गिरोह के हैं जो
डकैती की वारदातें करते हैं और रिकॉर्ड याफ्ता हैं। आसिम साहब, बहुत शुक्रिया आपका। ये बताइए, ये जो गैंग गिरफ़्तार हुआ है जिन्होंने तकरीबन 42 लाख रुपए का जो है वो वारदात की और कुछ रकम उसमें से रिकवर की गई, किस तरह से गिरफ़्तार हुए, कहाँ से गिरफ़्तार हुए, तरीका वारदात क्या था? पहले 42 लाख वाली वारदात का बताइए। जी, बिस्मिल्लाहिर्रहमानिर्रहीम। अस्सलाम वालेकुम शेख साहब। शेख साहब, ये बंदा उर्दू बाज़ार का ताजर था, उनका ये मुलाजम है असद। ये इसने 42-43 लाख रुपए गार्डन टाउन देने जाने थे। वहाँ से ये पैसे लेके निकला है, को समहाउ इसके पीछे कुछ सोर्स लगा, उन्होंने बताया कि इसके बैग लटका के ये जा रहा था। जब ये पुल इचरा के पास पहुँचा है तो इसके जो 4 बंदे हैं, इन्होंने उसको रोका है गन पॉइंट पे। ठीक है। वहाँ से रोक के उन्होंने इसका बैग छीना है। ठीक है। और ये भाग गए हैं। ठीक है। 15 पे उसने कॉल की है। 15 पे कॉल जैसे ही की है तो तकरीबन 5 मिनट में मैं मेरी टीम हम पहुँचे हैं उधर, और हमें उधर किसी बंदे ने बताया कि डाकू इस तरफ गए हैं। ठीक है। हम फौरी तौर पे उसके पीछे भागे। जैसे अफसरान का, हमारे आईजी साहब, सीसीपीओ साहब, डीआईजी साहब का हुक्म है कि फौरी इस पे पहुंचना है। 15 की कॉल पे इस पे कॉल पे पहुंचने के आपके अफेक्टिव असरात होते हैं, इस पे मुस्बित असरात होते हैं। ठीक है। इसी वजह से पहुंचने से हम फौरी उसका पीछा किया। तकरीबन हमने आधा पौना घंटे की स्ट्रगल के बाद हमने 3 बंदे पकड़ लिए, अरेस्ट कर लिए और उनसे कैश 27 लाख रकम बरामद कर ली मौके पर। ठीक है। अच्छा आसिम साहब, ये बताएं कि ये जो पकड़े गए हैं मुलजमान जो आपकी हिरासत में हैं, वो कहते हैं कि हम मंशियात का इस्तेमाल करते हैं, हमने तो कभी वारदात नहीं की, लेकिन इनका रिकॉर्ड जो है वो बताता है कि ये रिकॉर्ड याफ्ता हैं। तो ये मंशियात का इस्तेमाल सिर्फ करते हैं या वाकई डकैतियों की वारदातें भी साथ साथ करते हैं? सर, जितने भी आज तक मेरा एक्सपीरियंस है, जितने भी डकैत चोर हमने देखे हैं ना सर, वो सारे जो हैं वो ड्रग एडिक्ट होते हैं। उन्होंने ड्रग्स का नशा करके ये वारदात करते हैं। ये आइस, चर्च, हीरोइंस लाजमी इनके करते हैं ये वारदात, उसके बगैर ये कर ही नहीं सकते। ठीक है। अच्छा, इनसे कोई और भी इंकशाफात होने का है कोई इम्कान? क्योंकि ज़ाहिर है आपने वारदात हुई, 15 पे कॉल हुई, आपने मुकदमा दर्ज किया, मुलजमान पकड़ लिए, रकम बरामद कर ली, उसके बाद ये मुलजिम आपने इन्वेस्टिगेशन के हवाले कर दिए, मज़ीद इन्वेस्टिगेशन वहाँ होगी। इम्कान है कि कुछ और इंकशाफात हो सकते हैं? जी हाँ, इंशाल्लाह इन्होंने 5-7 इंकशाफ तो किए हैं। इन्वेस्टिगेशन इंचार्ज इस पर वर्क कर रहे हैं और हमारे इधर इस एरिया की गार्डन टाउन, गुलबर्ग, इचरा, इस टोटल एरिया की इंशाल्लाह हमारी काफ़ी क्राइम में कमी आएगी इस वजह से। ठीक है। अच्छा, ये बताइएगा कि जो मंशियात का इस्तेमाल करने वाले लोग होते हैं, ये सड़कों पे, चौराहों पे, इनको पुलिस भी ज़रा पकड़ने से इज्तनाब करती है क्योंकि इनके पास कटर्स होते हैं, ब्लेड्स होते हैं, कुछ ऐसे शीशे होते हैं जो ये ज़ख्मी कर देते हैं। तो क्या ये बात ठीक है? ये भी उन्हीं लोगों में, उन्हीं मंशियात का इस्तेमाल करने वालों में शामिल है? ये उन्हीं में नहीं, लेकिन उनसे मिलते जुलते ये गैंग के हैं। जो ये आप ठीक कह रहे हैं कि जो नशई हैं, जो उनके पास कटर या ब्लेड ऐसी चीज़ें वो रखते हैं कि कोई उनको तंग ना करे, कोई पानी ना डाल दे, कोई ऐसी चीज़ ना करे जिनसे उनका नशा अफेक्ट हो जाए, नशे वाली हालत अफेक्ट हो जाए। इसी वजह से वो पास रखते हैं। ऊपर से गुजर रहे थे तो हम दुकान वगैरह खोल के बैठे हुए हैं तो एकदम से ऊपर से बैग गिरा है। हमें नहीं पता चला कि इसके अंदर क्या चीज़ है। तो जब वो ले के भाग चुका है तो फिर पता चला कि इसके अंदर 44 लाख रुपया कह रहे थे था। तो बड़े लोगों ने उनका पीछा किया है पर वो नहीं मिला, अभी तक नहीं मिला। तो अभी तक बड़े लोग उनको तलाश कर रहे हैं पर वो मिल नहीं रहा अभी तक कि वो पता नहीं कहाँ चला गया है। बैग को पकड़ने वाले ये नशई लोग ही थे। तो गवर्नमेंट को चाहिए कि जिस तरह भी है ना कि ये होना चाहिए कि नशइयों को पकड़ना चाहिए या मना करना चाहिए, इधर खड़ा होने से ग्रेज़ करना चाहिए, क्योंकि इनकी वजह से मुल्क के हालातों में बड़ा फ़र्क पड़ रहा है। क्योंकि कौन सा भी यहाँ से गुजरता है उनको उनसे कोई उनकी चीज़ उतार लेते हैं या उनको ब्लेड वगैरह मार देते हैं। तो वो जब नीचे आए हैं तो पता चला वो गायब हो गए। हमको फिर पता चला कि उसके अंदर पैसे थे 45। तो हम भी पछतावा कर रहे थे कि इतनी रकम उसके अंदर थी तो हमारे हाथ नहीं लगी। चलो लग भी जाती तो खैर हमने दे ही देने, हम तो शॉप वाले हैं। तो यहाँ पे आप दिन देखें रोज़ाना है ना इनके नशइयों का ये पूरा टोला बैठा होता है। और ये कभी कभी तो ऐसा होता है 2-2, 250-250 बंदा यहाँ पे मौजूद होता है। पता नहीं वो जैसे हमारा ये दूसरे लोगों ने अपनी कम्युनिटी में बनाया हुआ है कि इकट्ठे किए होते हैं, लोगों ने अपना इकट्ठ किया होता है दरबारों पे, इसी तरह इन्होंने इधर भी किया होता है। और ये भीख मांगते हैं। पुलिस तो पकड़ लेती है। ओ यार क्या पुलिस पकड़ दिया, ऐसे टोपी ड्रामा को नहीं पकड़ता। ये सारी नहर आप देख लें, यहाँ से निकलें और आप ठोकर तक चले जाएँ, ठोकर से लेके आप हरबंसपुरा तक चले जाएँ, सारे नशई बैठे हुए हैं, टीके लगा रहे हैं, सरेआम लगा रहे हैं, लड़कियाँ बीच में बैठी हुई हैं, लड़के बैठे हुए हैं।
ये मुआशरे को तबाह करें। इनसे बेहतर है कि इनको या तो कहीं कैद कर दें या इनको ख़त्म कर दें। ਆਵਾਜ਼ ਡਿੱਗ ਵਿਗੜਿਆ ਆ, ਉੱਤੋਂ ਲੈ ਕੇ ਉੱਤੇ ਕੁਰਸੀ ਦਾ ਝਗੜਾ ਪਿਆ ਆ, ਆਪਣੀ ਸੀਟ ਦਾ ਇਹ ਰੌਲਾ ਪਿਆ ਆ, ਤੇ ਥੱਲੇ ਲੁੱਟਮਾਰ ਪਈ ਹੋਈ ਹੈ। ਉਹ ਜਦੋਂ ਵੱਡੇ ਲੁੱਟਦੇ ਹੁੰਦੇ ਆਪਣੇ ਹਿੱਸੇ ਜਿਹਦਾ ਨਹੀਂ ਮਿਲਦਾ ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਕਿ ਮੈਂ ਬਣਨਾ, ਤੇ ਥੱਲੇ ਇਹੋ ਹੀ ਹਿਸਾਬ ਹੈ, ਲੁੱਟਮਾਰ ਪਈ ਹੋਈ ਹੈ। ਜਿਹਦਾ ਦਾ ਲੱਗਦਾ ਉਹਨਾਂ ਉਹ ਲੁੱਟ ਲੈਂਦਾ ਆਪਣੇ ਅਹੁਦੇ ਦੇ ਮੁਤਾਬਕ, ਜਿੰਨਾ ਵੀ ਉਹਦੇ ਮੁਤਾਬਕ ਉਹ ਲੁੱਟੀ ਜਾ ਰਿਹਾ, ਕੋਈ ਮਾਫੀ ਨਹੀਂ। ਗਰੀਬ ਆਵਾਮ ਪਿਸ ਰਹੀ ਹੈ, ਆਟਾ ਖਾਣ ਨੂੰ ਨਹੀਂ ਮਿਲ ਰਿਹਾ। ਇਹ ਲੋਕ ਚੋਰ ਪੈਦਾ ਕਰ ਰਹੇ ਹਨ, ਖਾਣ ਨੂੰ ਖੁਰਾਕ ਨਹੀਂ ਮਿਲ ਰਹੀ, ਤੇ ਕੀ ਕਰੇਗਾ ਬੰਦਾ। ने 42-43 लाख रुपए गार्डन टाउन देने जाने थे। वहाँ से ये पैसे लेके निकला है, को समहाउ इसके पीछे कोई सोर्स लगा। उन्होंने बताया कि इसके बैग लटका के ये जा रहा था। जब ये पुल इछरा के पास पहुँचा है तो इसके जो 4 बंदे हैं इन्होंने उसको रोका है गन पॉइंट पे। ठीक है। वहाँ से रोक के उन्होंने इसका बैग छीना ठीक है है। और ये भाग गए हैं। ठीक है। 15 पे उसने कॉल की है। 15 पे कॉल जैसे ही की है तो तकरीबन 5 मिनट में मेरी टीम हम पहुँचे हैं उधर, और हमें उधर किसी बंदे ने बताया कि डाकू इस तरफ गए हैं। इसी वजह से पहुँचने से हम फौरी उसका पीछा किया। तकरीबन हमने आधा पौना घंटे की स्ट्रगल के बाद हमने 3 बंदे पकड़ लिए, अरेस्ट कर लिए और उनसे कैश 27 लाख रकम बरामद कर ली मौके पे। ठीक है। ਤੋਂ ਥੱਲੇ ਬੈਗ ਆਇਆ ਤੇ ਥੱਲੇ ਨਸ਼ਈ ਸਾਰੇ ਨਾ ਆਪਣਾ ਨਸ਼ਾ ਨੁਸ਼ਾ ਕਰ ਰਹੇ ਸੀ। ਇਫਤਾਰੀ ਦਾ ਟਾਈਮ ਹੋਣ ਵਾਲਾ ਸੀ अच्छा ਜਾਂ ਹੋ ਗਿਆ ਸੀ, ਮਸਲਨ ਕਿ ਥੋੜਾ ਜਿਹਾ 19-20 ਹੈਗੀ ਸੀ अच्छा ਤੇ ਉਸ ਦੌਰਾਨ ਹੀ ਉੱਤੋਂ ਬੈਗ ਥੱਲੇ ਆਇਆ ਤੇ ਥੱਲੇ ਅਸੀਂ ਨਸ਼ਈਆਂ ਕੋ ਸਾਰਿਆਂ ਕੋ ਆ ਗਿਆ ਸਰ। ठीक है। तो कितने पैसे सन तू देखे जेड़े? ਸਰ ਗਿਨੇ ਨਹੀਂ ਸੀ ਨਾ, ਇੰਨਾ ਪਤਲਾ ਚੱਲਦਾ, ਲੇਕਿਨ ਕਾਫੀ 5000 ਦੇ ਵੀ ਨੋਟ ਸਨ, 1000 ਵਾਲੇ ਵੀ ਸਨ, 500 ਵਾਲੇ ਵੀ ਵਿੱਚ ਹੈ ਸਨ। ठीक है। तो ਤੈਨੂੰ ਕਿੰਨੇ ਪੈਸੇ ਮਿਲੇ ਸਨ? ਸਰ ਬਟਵਾਰੇ ਹੋਏ ਸਨ ਸਰ ਤੇ ਸਾਰੇ। ਤੈਨੂੰ ਕਿੰਨੇ ਮਿਲੇ ਸਨ? ਸਰ ਮੈਨੂੰ ਵਿੱਚੋਂ ਲੱਖ ਰੁਪਇਆ ਮਿਲ ਗਿਆ ਸੀ। ਲੱਖ ਤੇ ਲੱਖ ਰੁਪਏ ਦਾ ਕੀ ਕੀਤਾ? ਕੁਝ ਵੀ ਨਹੀਂ ਸਰ, ਬਰਾਮਦ ਹੋ ਗਿਆ ਸਰ, ਬਰਾਮਦੀ ਕਰਾ ਦਿੱਤੀ ਸੀ। ਉਹ ਇਹ ਕਿਸ ਤਰ੍ਹਾਂ ਦੀ ਵਾਰਦਾਤ ਸੀ ਕਿ ਉੱਤੋਂ ਬੈਗ ਕਿਸ ਤਰ੍ਹਾਂ ਡਿੱਗਿਆ, ਤੁਹਾਨੂੰ ਪਤਾ ਨਹੀਂ ਚੱਲਿਆ? चोर पै गए सर हैं? फ्लाईओवर ते वो बंदा जरा ਅੱਛਾ ਦੱਸ ਬਈ, ਫਲਾਈਓਵਰ ਦੇ ਕੀ ਚੋਰ ਪੈ ਗਏ ਸਨ? हाँ जी ਤੇ ਉਹਨੇ ਥੱਲੇ ਸੁੱਟ ਦਿੱਤਾ? हाँ उन्हें गुत्थम गुत्था होए ने तो उन्हें बैग थले सटता। ਅੱਛਾ ਤੇ ਥੱਲੇ ਉਹ ਦੂਸਰੇ ਚੋਰ ਪੈ ਗਏ? जी ਉੱਤੋਂ ਚੋਰਾਂ ਕੋਲੋਂ ਬਚ ਰਿਹਾ ਸੀ ਤੇ ਥੱਲੇ ਦੂਸਰੇ ਚੋਰ ਪੈ ਗਏ? हाँ जी सर। ਅੱਛਾ ਤੇ ਫਿਰ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ 42 ਲੱਖ ਰੁਪਇਆ ਤੁਹਾਡੇ ਕੋਲ ਆਇਆ ਸੀ। यहाँ से निकले और आप ठोकर तक चले जाएं, ठोकर से लेके आप हरबंसपुरा तक चले जाएं, सारे नशेई बैठे हुए हैं। ये भीख मांगते हैं, ये पूरा टोला बैठा होता है। और ये कभी कभी तो ऐसा होता है 2-2, 250-250 बंदा यहाँ पे मौजूद होता है। टीके लगा रहे हैं, सरेआम लगा रहे हैं, लड़कियाँ बीच में बैठी हुई हैं, लड़के बैठे हुए हैं। ये मुआशरे को तबाह करें। इनसे बेहतर है कि इनको या तो कहीं कैद कर दें या इनको ख़त्म कर दें। मुल्क का कुछ सोचें। सबसे पहले आवाम को सोचना चाहिए खुद के लिए। ਇੱਥੇ ਪੌਡਰੀਆਂ ਦਾ ਗਾੜ ਹੈ, ਸਾਰਿਆਂ ਤੋਂ ਪਹਿਲੇ ਤੇ ਉਹਨਾਂ ਦੇ ਖਿਲਾਫ ਐਕਸ਼ਨ ਲਵੋ ਨਾ। ਹੁਣੀ ਦੇਖ ਲੈਣਾ ਮਜਮਾ ਲੱਗਾ ਹੈਗਾ, ਉਹਨਾਂ ਚੋਂ ਕਿਸੇ ਨੇ ਫੜਿਆ ਤੇ ਉਹ ਚਲਾ ਗਿਆ, ਮੁੜ ਕੇ ਪੁਲਿਸ ਵਾਲੇ ਇੱਥੇ ਕਾਰਵਾਈ ਪਾਉਂਦੇ ਫਿਰਦੇ ਰਹਿਣ। ਸਾਫ਼ ਕਰਨਾ ਮੈਨੂੰ ਡਰ ਨਹੀਂ ਹੈਗਾ, ਇਸ ਵਾਸਤੇ ਕਿ ਇਹ ਲੋਕ ਖੁਦ मजबूर कर दें कि वो सारा कुछ करन। ऊपर से बैग गिरा नीचे और उधर से एक भागता नशई आया है, वो पकड़ा उसने और भाग गया। उसमें बता रहे थे 43 लाख रुपया था। हम इधर ही बैठे थे, उधर देख रहे थे, सामने देख रहे थे, वो इधर भागा है, बाद में नहीं मिला। ऊपर से गुजर रहे थे तो हम दुकान वगैरह खोल के बैठे हुए हैं तो एकदम से ऊपर से बैग गिरा है। हमें नहीं पता चला कि इसके अंदर क्या चीज़ है। तो जब वो लेके भाग चुका है तो फिर पता चला कि इसके अंदर 43 नहीं 44-45 लाख रुपया कह रहे थे। बड़े लोगों ने उनका पीछा किया है पर वो नहीं मिला, अभी तक नहीं मिला। तो अभी तक बड़े लोग उनको तलाश कर रहे हैं पर वो मिल नहीं रहा अभी तक, कि वो पता नहीं कहाँ चला गया है। हमारी शॉप है इधर टायरों की, तो सामने इधर ये पार्क बना हुआ है लोगों के तफरी के लिए। यहाँ पे काफ़ी नशई वगैरह रहते हैं तो वो बड़ी वारदातें करते हैं। यहाँ पे अक्सर लोगों को टार्चर करते हैं, नशे की हालत में ना बड़ा तंग करते हैं। तो यहाँ पे कोई एक्शन लिया जाए, वो यहाँ पे लोगों के बैठने की अच्छी सी जगह बन जाए। यार ये ना लोगों के पर्सनल के लिए हुकूमत ने बनाए हुए ये पार्क्स। तो यहाँ पे आप दिन देखें रोज़ाना आया ना इनके नशइयों का ये पूरा टोला बैठा होता है। और ये कभी कभी तो ऐसा होता है 2-2, 250-250 बंदा यहाँ पे मौजूद होता है। पता नहीं वो जैसे हमारा ये दूसरे लोगों ने अपनी कम्युनिटी में बनाया हुआ है कि इकट्ठे किए होते हैं, लोगों ने अपना इकट्ठ किया होता है दरबारों पे, इसी तरह इन्होंने इधर भी किया होता है। और ये भीख मांगते हैं। ओ यार क्या पुलिस पकड़ दिया, ऐसे टोपी ड्रामा को नहीं पकड़ते। ये सारी नहर आप देख लें, यहाँ से निकलें और आप ठोकर तक चले जाएँ, ठोकर से लेके आप हरबंसपुरा तक चले जाएँ, सारे नशई बैठे हुए हैं।
टीके लगा रहे हैं, सरेआम लगा रहे हैं, लड़कियां बीच में बैठी हुई हैं, लड़के बैठे हुए हैं, ये माशरे को तबाह करें। इनसे बेहतर है कि इनको या तो कहीं कैद कर दें या इनको ख़त्म कर दें। सुनने में आया कि इस तरह ऊपर से कोई बैग गिरा है, किसी ने गिरा या गिराया है, क्या हुआ वट एवर, हमें नहीं पता। लेकिन भाई इसी तरह ये तो आप आवाम में फेंक देंगे, नशेइयों को छोड़ दो भाई, इधर को गिर जाए लोग छोड़ेंगे। इतने बोरियां तो लोगों ने जान नहीं छड़ी, लोगों ने एक दिन मार देता है, वो पैसे है कौन छोड़ेगा नशेई? या आप आम बंदे को भी देखोगे तो वो भी नहीं छोड़ेगा। मुल्क का कुछ सोचें, सबसे पहले आवाम को सोचना चाहिए खुद के लिए। हुक्मरान कुछ नहीं करने लगे, ठीक है, हुक्मरान ने वही करना है जो उनकी आदत है, वो उन्हें लूट के खाना है। उन्हें पता है कि यार ये लोग नशों पे लग गए हैं, हमारी नौजवान नस्ल को उन्होंने नशों पे लगा दिया है कि ये नशे करते रहेंगे, ना ये कुछ कर सकें, ना ये अपना हक मांगें, तो ये आराम से लूटते रहेंगे। हमारे हुक्मरान बैठ के इनका दाव लगा हुआ है। ये कभी भी जब तक ये आवाम खुद नहीं बदलेगी, ये मुल्क के हालात नहीं बदल सकते। कोई हुक्मरान, कोई इमरान खान, कोई नवाज शरीफ, कोई कुछ नहीं कर सकता जब तक आप अपने हक के लिए खुद खड़े नहीं हो सकते। यही आवाम के लिए मैसेज है, ये अवेयरनेस इनको आनी चाहिए, तो ये इंशाल्लाह इस मुल्क के हालात बेहतर हो जाएंगे। ਇੱਥੇ ਪੌਡਰੀਆਂ ਦਾ ਗਾੜ ਹੈ, ਸਾਰਿਆਂ ਤੋਂ ਪਹਿਲੇ ਤੇ ਉਹਨਾਂ ਦੇ ਖਿਲਾਫ ਐਕਸ਼ਨ ਲਵੋ ਨਾ। ਇੱਥੇ ਜੋ ਕੋਈ ਵੀ ਨਹੀਂ ਫੜਿਆ, ਇੱਥੇ ਰੋਜ਼ ਨੂੰ ਨਹੀਂ ਆਣਗੇ, ਹੁਣ ਹੀ ਦੇਖ ਲੈਣਾ ਮਜਮਾ ਲੱਗਾ ਹੈਗਾ। ਉਹਨਾਂ ਚੋਂ ਕਿਸੇ ਨੇ ਫੜਿਆ ਤੇ ਉਹ ਚਲਾ ਗਿਆ, ਮੁੜ ਕੇ ਪੁਲਿਸ ਵਾਲੇ ਇੱਥੇ ਕਾਰਵਾਈ ਪਾਉਂਦੇ ਫਿਰਦੇ ਰਹਿਣ। ਸਾਫ਼ ਕਰਨਾ ਮੈਨੂੰ ਡਰ ਨਹੀਂ ਹੈਗਾ, ਇਸ ਵਾਸਤੇ ਕਿ ਇਹ ਲੋਕ ਖੁਦ ਮਜਬੂਰ ਕਰ ਦੇਣ ਕਿ ਉਹ ਸਾਰਾ ਕੁਝ ਕਰਨ। ਆਵਾਮ ਇਹੋ ਹੀ ਦੱਸ ਰਹੀ ਹੈ ਕਿ ਉੱਤੋਂ ਡਿੱਗਿਆ ਪੁਲ ਤੋਂ, ਨੀਚੇ ਉਹਨਾਂ ਦਾ ਗਾੜ ਹੈ, ਇੱਥੇ ਉਹਨਾਂ ਨੇ ਕਿਸੇ ਦੇ ਹੱਥ ਆਇਆ, ਉਹ ਲੈ ਕੇ ਦੌੜ ਗਏ। ਆਵਾ ਹੀ ਡਿੱਗ ਵਿਗੜਿਆ ਹੋਇਆ, ਉੱਤੋਂ ਲੈ ਕੇ ਉੱਤੇ ਕੁਰਸੀ ਦਾ ਝਗੜਾ ਪਿਆ ਹੋਇਆ, ਆਪਣੀ ਸੀਟ ਦਾ ਇਹ ਰੌਲਾ ਪਿਆ ਹੋਇਆ, ਤੇ ਥੱਲੇ ਲੁੱਟਮਾਰ ਪਈ ਹੋਈ ਹੈ। ਉਹ ਜਦੋਂ ਵੱਡੇ ਲੁੱਟਦੇ ਹੁੰਦੇ ਆਪਣੇ ਹਿੱਸੇ ਜਿਹਦਾ ਨਹੀਂ ਮਿਲਦਾ, ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਕਿ ਮੈਂ ਬਣਨਾ। ਤੇ ਥੱਲੇ ਇਹੋ ਹੀ ਹਿਸਾਬ ਹੈ, ਲੁੱਟਮਾਰ ਪਈ ਹੋਈ ਹੈ, ਜਿਹਦਾ ਦਾ ਲੱਗਦਾ ਉਹਨਾਂ ਉਹ ਲੁੱਟ ਲੈਂਦਾ ਆਪਣੇ ਅਹੁਦੇ ਦੇ ਮੁਤਾਬਕ। ਜਿੰਨਾ ਵੀ ਉਹਦੇ ਮੁਤਾਬਕ ਉਹ ਲੁੱਟੀ ਜਾ ਰਿਹਾ, ਕੋਈ ਮਾਫੀ ਨਹੀਂ। ਗਰੀਬ ਆਵਾਮ ਪਿਸ ਰਹੀ ਹੈ, ਆਟਾ ਖਾਣ ਨੂੰ ਨਹੀਂ ਮਿਲ ਰਿਹਾ। ये लोग चोर पैदा कर रहे हैं, खान ਨੂੰ खुराक नहीं मिल रही, तो की करेगा बंदा। ऊपर से बैग गिरा नीचे और उधर से एक भागता नशेई आया, वो पकड़ा उसने और भाग गया। उसमें बता रहे थे 43 लाख रुपया था। हम इधर ही बैठे थे, उधर देख रहे थे, सामने देख रहे थे, वो इधर भागा है, बाद में नहीं मिला। और ऊपर से वो जो जिनका गिरा था वो भी नीचे आए, लेकिन वो कहाँ मिलता है, वो पता नहीं, वो भी चोर थे मेरे हिसाब से। वो कह रहे थे, हमें तो नहीं पता, लेकिन कह रहे थे वो आगे से चोर छीन कर ले थे, मतलब चोर थे, तो इसलिए उनसे किसी ने छीन लिया। तो एंड जनाब मेरी ये हुकूमत ਨੂੰ ਚਾਹੀਦਾ ਹੈ ਚੋਰੀਆਂ ਡਕੈਤੀਆਂ ਤੇ ਕਾਬੂ ਪਾਣਾ ਚਾਹੀਦਾ ਹੈ, और आवाम पे ध्यान देना चाहिए, ज़रा गवर्नमेंट ਨੂੰ ਚਾਹੀਦਾ है कि ख्याल करें ज़रा। ऊपर से गुजर रहे थे तो हम दुकान वगैरह खोल के बैठे हुए हैं, तो एकदम से ऊपर से बैग गिरा है। हमें नहीं पता चला कि इसके अंदर क्या चीज़ है, तो जब वो ले के भाग चुका है तो फिर पता चला कि इसके अंदर 44-45 लाख रुपया कह रहे थे था। तो बड़े लोगों ने उनका पीछा किया है, पर वो नहीं मिला, अभी तक नहीं मिला। तो अभी तक बड़े लोग उनको तलाश कर रहे हैं, पर वो मिल नहीं रहा अभी तक, कि वो पता नहीं कहाँ चला गया है। बैग को पकड़ने वाले ये नशेई लोग ही थे। तो गवर्नमेंट को चाहिए कि जिस तरह भी है ना, कि ये होना चाहिए कि नशेइयों को पकड़ना चाहिए या मना करना चाहिए, इधर खड़ा होने से ग्रेज करना चाहिए, क्योंकि इनकी वजह से मुल्क के हालातों में बड़ा फ़र्क पड़ रहा है। क्योंकि कौन सा भी यहाँ से गुजरता है, उनसे कोई उनकी चीज़ उतार लेते हैं या उनको ब्लेड वगैरह मार देते हैं। तो वो जब नीचे आए हैं तो पता चला है वो गायब हो गए। हमको फिर पता चला कि उसके अंदर पैसे थे 45, तो हम भी पछतावा कर रहे थे कि इतनी रकम उसके अंदर थी, तो हमारे हाथ नहीं लगी। चलो लग भी जाती तो खैर हमने दे ही देने, हम तो शॉप वाले हैं। ये था आज का जुर्म अंजाम, जिसमें हमने आपको दिखाया कि मंशियात का इस्तेमाल करने वाले डाकू किस तरह से डकैती की वारदातें करते हैं। नए प्रोग्राम तक के लिए मुझे दीजिए इजाज़त। अल्लाह निगहबान।